ਹੈਲੋ ਸਟੂਡੈਂਟਸ, ਹਾਊ ਆਰ ਯੂ। ਜਿਸ ਤਰ੍ਹਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੈਲੀਡੀਓਸਕੋਪ ਬਣਾਇਆ ਸੀ ਅਤੇ ਸਿੱਖਿਆ ਸੀ ਕਿ ਕੈਲੀਡੀਓਸਕੋਪ ਵਰਕਸ ਔਨ ਦਾ ਪ੍ਰਿੰਸੀਪਲ ਆਫ ਮਲਟੀਪਲ ਰਿਫਲੈਕਸ਼ਨ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਮਲਟੀਪਲ ਰਿਫਲੈਕਸ਼ਨ ਕੀ ਹੁੰਦਾ ਹੈ ਅਤੇ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਸੋ ਲੈਟਸ ਗੈਟ ਸਟਾਰਟਡ। ਮਲਟੀਪਲ ਰਿਫਲੈਕਸ਼ਨ of light ਕੀ ਹੁੰਦਾ ਹੈ। multiple reflection is the reflection of light back and forth several times between reflecting surfaces। ਇਹਦਾ ਮਤਲਬ ਹੈ ਪ੍ਰਕਾਸ਼ ਦੀਆਂ ਕਿਰਨਾਂ ਬਾਰ-ਬਾਰ ਚਮਕੀਲੀਆਂ ਸਤਹਾਂ ਤੋਂ ਟਕਰਾ ਕੇ ਪ੍ਰਤੀਬਿੰਬ ਬਣਾਉਂਦੀਆਂ ਹਨ। ਇਸ ਐਕਟੀਵਿਟੀ ਨੂੰ ਕਰਨ ਲਈ ਸਾਨੂੰ ਚਾਹੀਦੀ ਹੈ ਇੱਕ ਬੇਸ। ਇਹ ਤੁਸੀਂ ਹੱਥ ਨਾਲ ਵੀ ਤਿਆਰ ਕਰ ਸਕਦੇ ਹੋ, ਕਿਸੇ ਕਾਰਡਬੋਰਡ ਸ਼ੀਟ ਦੇ ਉੱਤੇ ਤੁਸੀਂ ਐਂਗਲਸ ਬਣਾ ਕੇ ਤਿਆਰ ਕਰ ਸਕਦੇ ਹੋ। ਤੇ 2 ਪਲੇਨ ਮਿਰਰਸ ਤੇ ਕੋਈ ਵੀ ਇੱਕ ਛੋਟਾ ਜਿਹਾ ਕਲਰਫੁਲ ਆਬਜੈਕਟ ਜਿਹੜਾ ਆਪਾਂ ਮਿਰਰਸ ਦੇ ਵਿੱਚ ਰੱਖ ਕੇ ਬਹੁ ਪਰਾਵਰਤਨ ਨੋਟ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਬੇਸ ਤਿਆਰ ਕਰ ਲੈਣੀ ਹੈ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਸਟੈਮ ਕਿੱਟ ਵਿੱਚ ਤਿਆਰ ਕੀਤੀ ਹੋਈ ਬੇਸ ਹੈ ਜਿਹਦੇ ਤੇ ਡੀ ਦੀ ਵਰਤੋਂ ਨਾਲ ਐਂਗਲਸ ਬਣੇ ਹੋਏ ਹਨ। ਸੋ ਆਪਾਂ ਇਹ ਦੋਨੋਂ ਪਲੇਨ ਮਿਰਰਸ ਨੂੰ ਵੱਖ-ਵੱਖ ਐਂਗਲਸ ਤੇ ਰੱਖ ਕੇ ਦੇਖਾਂਗੇ ਕਿ ਕਿੰਨੀਆਂ ਇਮੇਜਸ, ਕਿੰਨੇ ਪ੍ਰਤੀਬਿੰਬ ਬਣਦੇ ਹਨ। ਸੋ ਆਪਾਂ ਪਹਿਲਾਂ ਇੱਕ ਮਿਰਰ ਲਵਾਂਗੇ ਜਿਹਨੂੰ ਆਪਾਂ 0 ਡਿਗਰੀ ਵਾਲੀ ਲਾਈਨ ਤੇ ਰੱਖਾਂਗੇ ਅਤੇ ਦੂਸਰੇ ਮਿਰਰ ਨੂੰ ਲੈ ਕੇ ਆਪਾਂ 90 ਡਿਗਰੀ ਦੇ ਐਂਗਲ ਤੇ ਯਾਨੀ 90 ਡਿਗਰੀ ਦੇ ਕੋਣ ਤੇ ਰੱਖਾਂਗੇ। ਹੁਣ ਇਹਨਾਂ ਦੋਨਾਂ ਚਮਕੀਲੀਆਂ ਸਤਹਾਂ ਦੇ ਵਿਚਕਾਰ ਆਪਾਂ ਇੱਕ ਵਸਤੂ ਰੱਖਾਂਗੇ। ਦੇਖੋ ਇੱਥੇ ਮੈਂ ਗ੍ਰੀਨ ਕਲਰ ਦਾ ਇੱਕ ਟਰਾਇੰਗਲ ਰੱਖਿਆ ਹੈ ਤੇ ਹੁਣ ਤੁਸੀਂ ਨੋਟ ਕਰੋ ਕਿੰਨੇ ਪ੍ਰਤੀਬਿੰਬ ਬਣ ਰਹੇ ਹਨ। ਜਿੱਦਾਂ ਕਿ ਤੁਸੀਂ ਸਕਰੀਨ ਤੇ ਕਲੀਅਰਲੀ ਦੇਖ ਸਕਦੇ ਹੋ 90 ਡਿਗਰੀ ਤੇ ਰੱਖਣ ਨਾਲ 2 ਚਮਕੀਲੀਆਂ ਸਤਹਾਂ ਯਾਨੀ 2 ਮਿਰਰਸ ਦੇ ਵਿੱਚ 3 ਪ੍ਰਤੀਬਿੰਬ ਦਿਖਾਈ ਦੇ ਰਹੇ ਸਨ। ਹੁਣ ਇੱਕ ਵਾਰ ਫਿਰ ਆਪਾਂ ਕੋਣ ਬਦਲ ਕੇ ਦੇਖਾਂਗੇ। 90 ਡਿਗਰੀ ਦੀ ਜਗ੍ਹਾ ਆਪਾਂ ਕੋਈ ਹੋਰ ਕੋਣ ਦੀ ਵਰਤੋਂ ਕਰਕੇ ਦੇਖਾਂਗੇ ਕਿ ਕਿੰਨੇ ਪ੍ਰਤੀਬਿੰਬ ਬਣਨਗੇ। ਸੋ ਲੈਟਸ ਪਲੇਸ the 2 mirrors again at an angle of 60 degrees to each other। ਦੇਖੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ 60 ਡਿਗਰੀ ਦੇ ਐਂਗਲ ਤੇ 60 ਡਿਗਰੀਜ਼ ਤੇ ਆਪਾਂ ਰੱਖਿਆ ਹੈ। ਸੋ ਦੋਨਾਂ ਮਿਰਰਸ ਦੇ ਵਿੱਚ ਐਂਗਲ ਕਿੰਨਾ ਹੈ, 60 ਡਿਗਰੀ। ਇਸ ਐਂਗਲ ਨੂੰ ਐਂਗਲ ਥੀਟਾ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਹੀ ਹੁਣੇ ਆਪਾਂ ਪ੍ਰਤੀਬਿੰਬਾਂ ਦੀ ਸੰਖਿਆ ਨਿਕਾਲਾਂਗੇ। ਦੇਖੋ ਹੁਣ 60 ਡਿਗਰੀ ਦੇ ਕੋਣ ਤੇ ਰੱਖ ਕੇ ਤੁਸੀਂ ਪ੍ਰਤੀਬਿੰਬ ਗਿਣ ਸਕਦੇ ਹੋ। ਗਿਣਨ ਦੀ ਕੋਸ਼ਿਸ਼ ਕਰੋ। ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇੱਥੇ 5 ਪ੍ਰਤੀਬਿੰਬ ਬਣਦੇ ਹੋਏ ਵਿਖਾਈ ਦੇਣਗੇ। ਸੋ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਐਂਗਲ ਰਿਡਿਊਸ ਕੀਤਾ 90 ਡਿਗਰੀ ਤੋਂ ਆਪਾਂ 60 ਡਿਗਰੀ ਤੇ ਲੈ ਕੇ ਆਏ ਤਾਂ ਪਹਿਲਾਂ ਪ੍ਰਤੀਬਿੰਬ ਸਿਰਫ 3 ਦਿਖਾਈ ਦੇ ਰਹੇ ਸੀ, ਹੁਣ ਸਾਨੂੰ ਪ੍ਰਤੀਬਿੰਬ 5 ਦਿਖਾਈ ਦੇ ਰਹੇ ਹਨ। ਹੁਣ ਆਪਾਂ ਇਹਨਾਂ ਦੋਨਾਂ ਮਿਰਰਸ ਦੇ ਵਿੱਚ ਐਂਗਲ ਥੋੜਾ ਹੋਰ ਘਟਾ ਦਿਆਂਗੇ। ਦੇਖੋ ਮੈਂ ਦੋਨਾਂ ਮਿਰਰਸ ਦੇ ਵਿੱਚ ਦਾ ਕੋਣ ਐਂਗਲ ਥੀਟਾ 45 ਡਿਗਰੀ ਹੈ। ਇੱਕ ਮਿਰਰ 0 ਡਿਗਰੀ ਤੇ ਹੈ, ਇੱਕ 45 ਡਿਗਰੀਜ਼ ਤੇ ਹੈ। ਪ੍ਰਤੀਬਿੰਬ ਤੁਹਾਨੂੰ ਮੈਂ ਇਹ ਬੇਸ ਘੁਮਾ ਕੇ ਦਿਖਾ ਰਹੀ ਹਾਂ। ਧਿਆਨ ਨਾਲ ਦੇਖੋ ਕਿੰਨੇ ਪ੍ਰਤੀਬਿੰਬ ਬਣ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਪ੍ਰਤੀਬਿੰਬਾਂ ਦੀ ਸੰਖਿਆ 7 ਨਜ਼ਰ ਆ ਰਹੀ ਹੈ। ਧਿਆਨ ਨਾਲ ਵੇਖ ਸਕਦੇ ਹੋ। ਫਿਰ ਦੁਬਾਰਾ ਦੇਖੋ, ਬੇਸ ਘੁਮਾ ਕੇ ਤੁਹਾਨੂੰ ਦਿਖਾ ਰਹੇ ਹਾਂ। ਬਹੁ ਪ੍ਰਤੀਬਿੰਬ ਬਣ ਰਹੇ ਹਨ, ਯਾਨੀ ਬਹੁਤ ਸਾਰੇ ਪ੍ਰਤੀਬਿੰਬ ਬਣ ਰਹੇ ਹਨ। ਇਹ ਬਹੁਤ ਸਾਰੇ ਪ੍ਰਤੀਬਿੰਬ ਕਿਉਂ ਬਣ ਰਹੇ ਹਨ? ਕਿਉਂਕਿ ਵਸਤੂ ਤੋਂ ਟਕਰਾ ਕੇ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਮਿਰਰ ਤੇ ਪੈਂਦੀਆਂ ਹਨ ਤਾਂ ਇੱਕ ਪ੍ਰਤੀਬਿੰਬ ਬਣਦਾ ਹੈ। ਇਹੀ ਪ੍ਰਤੀਬਿੰਬ ਦੂਸਰੇ ਮਿਰਰ ਵਾਸਤੇ ਇੱਕ ਵਸਤੂ ਦਾ ਕੰਮ ਕਰਦਾ ਹੈ ਅਤੇ ਇੱਕ ਨਵਾਂ ਪ੍ਰਤੀਬਿੰਬ ਬਣਾਉਂਦਾ ਹੈ। ਦੂਸਰਾ ਪ੍ਰਤੀਬਿੰਬ ਫਿਰ ਵਸਤੂ ਦਾ ਕੰਮ ਕਰਦਾ ਹੈ ਅਤੇ ਉਸਦਾ ਤੀਸਰਾ ਪ੍ਰਤੀਬਿੰਬ ਯਾਨੀ ਤੀਸਰੀ ਇਮੇਜ ਬਣ ਜਾਂਦੀ ਹੈ। ਹੁਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਨਾਂ ਮਿਰਰਸ ਦੇ ਵਿੱਚ ਐਂਗਲ ਸਿਰਫ 30 ਡਿਗਰੀਜ਼ 30 ਡਿਗਰੀ ਕੋਣ ਤੇ ਮੈਂ ਦੋਨੋਂ ਮਿਰਰਸ ਰੱਖੇ ਨੇ ਤੇ ਤੁਸੀਂ ਧਿਆਨ ਨਾਲ ਦੇਖੋ, ਕੋਸ਼ਿਸ਼ ਕਰੋ ਗਿਣਨ ਦੀ ਕਿੰਨੇ ਪ੍ਰਤੀਬਿੰਬ ਯਾਨੀ ਕਿੰਨੀਆਂ ਇਮੇਜਸ ਤੁਹਾਨੂੰ ਇਸ ਟਰਾਇੰਗਲ ਦੀਆਂ ਨਜ਼ਰ ਆ ਰਹੀਆਂ ਹਨ। ਤੁਸੀਂ ਸਕਰੀਨ ਤੇ ਜੇ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ 11 ਪ੍ਰਤੀਬਿੰਬ ਨਜ਼ਰ ਆ ਰਹੇ ਹਨ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ 2 ਮਿਰਰਸ ਦੇ ਵਿੱਚ ਬਣਨ ਵਾਲੇ ਪ੍ਰਤੀਬਿੰਬਾਂ ਦੀ ਸੰਖਿਆ ਉਹਨਾਂ ਦੇ ਵਿਚਕਾਰ ਬਣ ਰਹੇ ਕੋਣ ਤੇ ਨਿਰਭਰ ਕਰਦੀ ਹੈ। ਸੋ ਕੰਸੀਡਰ ਥੀਟਾ
ਬੀ ਦਾ ਐਂਗਲ ਆਫ ਇੰਕਲੀਨੇਸ਼ਨ ਬਿਟਵੀਨ ਟੂ ਪਲੇਨ ਮਿਰਰਸ, ਯਾਨੀ ਕਿ ਦੋ ਪਲੇਨ ਮਿਰਰਸ ਦੇ ਵਿੱਚ ਜਿਹੜਾ ਕੋਣ ਬਣਿਆ ਹੈ ਉਹਨੂੰ ਜੇ ਥੀਟਾ ਮੰਨੀਏ ਤਾਂ ਨੰਬਰ ਆਫ ਇਮੇजेस ਫਾਰਮਡ ਵਿਲ ਬੀ 360 ਓਵਰ ਥੀਟਾ ਮਾਈਨਸ 1। ਸੋ ਕੇਸ 1 ਆਪਾਂ ਲਿਆ ਸੀ ਜਦੋਂ ਦੋਨੋਂ ਮਿਰਰਸ 90 ਡਿਗਰੀ ਦੇ ਕੋਣ ਤੇ ਰੱਖੇ ਸੀ, 90 ਡਿਗਰੀ ਨੂੰ ਥੀਟਾ ਐਂਗਲ ਮੰਨ ਕੇ ਚੱਲੀਏ ਤਾਂ ਫਾਰਮੂਲੇ ਦੇ ਵਿੱਚ ਵੈਲਿਊਜ਼ ਰੱਖੋ 360 ਡਿਗਰੀ ਓਵਰ 90 ਡਿਗਰੀ ਮਾਈਨਸ 1। ਇਸ ਨੂੰ ਸੋਲਵ ਕਰੋ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹਨੂੰ ਸੋਲਵ ਕਰਨਾ ਆਂਦਾ ਹੈ। 0 ਨਾਲ 0 ਕੱਟ ਕਰ ਦਿਓ ਔਰ 9 ਨਾਲ 36 ਕੱਟ ਕਰੋ, ਯੂ ਵਿਲ ਗੈਟ 4 ਮਾਈਨਸ 1 ਯਾਨੀ 3। ਸੋ ਜਦੋਂ 90 ਡਿਗਰੀ ਦੇ ਕੋਣ ਤੇ ਆਪਾਂ ਦੋਨੋਂ ਪਲੇਨ ਮਿਰਰਸ ਨੂੰ ਰੱਖਿਆ ਸੀ, ਸਾਡੇ ਕੋਲ 3 ਇਮੇजेस ਹੀ ਬਣ ਰਹੀਆਂ ਸੀ। ਫਾਰਮੂਲੇ ਨਾਲ ਵੀ ਨੰਬਰ 3 ਹੀ ਆਇਆ ਹੈ। ਕੇਸ 2 ਆਪਾਂ ਲਿਆ ਸੀ ਜਦੋਂ 90 ਡਿਗਰੀ ਦੇ ਕੋਣ ਤੋਂ ਆਪਾਂ ਚੇਂਜ ਕਰਕੇ ਕੋਣ 60 ਡਿਗਰੀ ਯਾਨੀ ਐਂਗਲ ਥੀਟਾ 60 ਡਿਗਰੀ ਕਰ ਦਿੱਤਾ ਸੀ। ਸੋ ਦੇਖੋ 60 ਡਿਗਰੀ ਕਰਕੇ ਫਾਰਮੂਲੇ ਨਾਲ ਕਿੰਨੀਆਂ ਨੰਬਰ ਆਫ ਇਮੇजेस ਬਣਨਗੀਆਂ। ਨੰਬਰ ਆਫ ਇਮੇजेस ਇਜ਼ ਇਕੁਅਲ ਟੂ 360 ਡਿਗਰੀ ਓਵਰ 60 ਮਾਈਨਸ 1। ਇਹਨੂੰ ਵੀ ਸੋਲਵ ਕਰੋ। 0 ਨਾਲ 0 ਕੱਟ ਕਰਕੇ 6 ਨਾਲ 36 ਕੱਟ ਕਰੋਗੇ ਤਾਂ ਯੂ ਵਿਲ ਗੈਟ 6 ਮਾਈਨਸ 1 ਯਾਨੀ 5। ਸੋ ਜਦੋਂ ਦੋਨੋਂ ਪਲੇਨ ਮਿਰਰਸ ਦੇ ਵਿੱਚ ਐਂਗਲ 60 ਡਿਗਰੀ ਹੋਵੇਗਾ ਯੂ ਵਿਲ ਗੈਟ 5 ਇਮੇजेस, 5 ਪ੍ਰਤੀਬਿੰਬ ਬਣਨਗੇ। ਕੇਸ 3 ਜਦੋਂ ਆਪਾਂ ਐਂਗਲ ਥੀਟਾ ਨੂੰ 60 ਡਿਗਰੀ ਤੋਂ ਚੇਂਜ ਕਰਕੇ 45 ਡਿਗਰੀਜ਼ ਯਾਨੀ 45 ਡਿਗਰੀ ਦਾ ਕੋਣ ਬਣਾ ਦਿੱਤਾ ਸੀ। ਸੋ ਇਸ ਕੇਸ ਦੇ ਵਿੱਚ ਵੀ ਸੇਮ ਫਾਰਮੂਲਾ ਉਹੀ ਰਹੇਗਾ ਬੇਟਾ, ਸਿਰਫ ਥੀਟਾ ਦੀ ਵੈਲਿਊ ਤੁਸੀਂ ਹਰ ਵਾਰ ਬਦਲ ਦੇਣੀ ਹੈ। ਜਿੰਨਾ ਵੀ ਕੋਣ ਤੁਹਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਹੋਏਗਾ, ਜਿਸ ਕੋਣ ਤੇ ਦੋਨੋਂ ਪਰਾਵਰਤਕ ਸਤਹਾਂ ਜਾਂ ਦੋਨੋਂ ਚਮਕੀਲੀਆਂ ਸਤਹਾਂ ਦੋਨੋਂ ਮਿਰਰਸ ਰੱਖੇ ਹੋਏ ਨੇ, ਉਹੀ ਵੈਲਿਊ ਪੁੱਟ ਕਰਨੀ ਹੈ। ਹੁਣ ਆਪਾਂ 45 ਡਿਗਰੀ ਰੱਖਿਆ ਹੈ, 360 ਬਟਾ 45 ਮਾਈਨਸ 1। ਸੋ ਤੁਸੀਂ ਦੇਖ ਸਕਦੇ ਹੋ ਕੱਟ ਕਰਕੇ ਤੁਹਾਡੇ ਕੋਲ ਆ ਗਿਆ 7। ਸੋ ਜਦੋਂ 45 ਡਿਗਰੀ ਦਾ ਕੋਣ ਬਣ ਰਿਹਾ ਸੀ, ਆਪਾਂ ਹੁਣੇ ਵੀਡੀਓ ਦੇ ਵਿੱਚ ਦੇਖਿਆ ਹੈ ਤੇ ਸਾਨੂੰ 7 ਪ੍ਰਤੀਬਿੰਬ ਨਜ਼ਰ ਆ ਰਹੇ ਸੀ। ਮਲਟੀਪਲ ਰਿਫਲੈਕਸ਼ਨ ਦੇ ਕਈ ਯੂਜ਼ਸ ਨੇ, ਜਿਵੇਂ ਬਾਰਬਰ ਦੀ ਸ਼ਾਪ ਤੇ ਮਿਰਰਸ, ਪੈਰੀਸਕੋਪ, ਕਲੀਡੀਓਸਕੋਪ ਐਕਸੈਟਰਾ। ਕੇਸ ਨੰਬਰ 4 ਇੱਕ ਹੋਰ ਲੈ ਲੈਂਦੇ ਆ, ਜਿਸ ਦੇ ਵਿੱਚ ਆਪਾਂ ਐਂਗਲ ਥੀਟਾ ਨੂੰ 30 ਡਿਗਰੀ ਕੋਣ ਕਰ ਦਿੱਤਾ ਸੀ। ਸੋ ਜਦੋਂ ਦੋਨੋਂ ਪਰਾਵਰਤਕ ਸਤਹਾਂ ਵਿੱਚ 30 ਡਿਗਰੀ ਦਾ ਕੋਣ ਬਣਿਆ ਸੀ, 30 ਡਿਗਰੀਜ਼ ਦਾ ਇਨਕਲੀਨੇਸ਼ਨ ਸੀ, ਦੈਨ ਅਗੇਨ ਦਾ ਫਾਰਮੂਲਾ ਵਿਲ ਬੀ 360 ਅਪੋਨ 30 ਮਾਈਨਸ 1। ਸੋ ਜਦੋਂ ਇਹਨੂੰ ਸੋਲਵ ਕਰੋਗੇ ਯੂ ਵਿਲ ਗੈਟ 11। ਸੋ ਜਦੋਂ ਆਪਾਂ 30 ਡਿਗਰੀਜ਼ ਤੇ ਐਂਗਲ ਤੇ ਰੱਖਦੇ ਹਾਂ ਦੋਨੋਂ ਮਿਰਰਸ ਨੂੰ, ਵੀ ਗੈਟ 11 ਇਮੇजेस। ਤੁਸੀਂ ਦੇਖ ਸਕਦੇ ਹੋ ਹਰ ਵਾਰ ਜਦੋਂ ਐਂਗਲ ਆਫ ਇਨਕਲੀਨੇਸ਼ਨ ਬਿਟਵੀਨ ਟੂ ਮਿਰਰਸ ਚੇਂਜ ਹੋ ਰਿਹਾ ਹੈ ਤਾਂ ਨੰਬਰ ਆਫ ਇਮੇजेस ਵੀ ਚੇਂਜ ਹੋ ਰਹੀਆਂ ਹਨ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਦੋਨਾਂ ਮਿਰਰਸ ਦੇ ਵਿੱਚ ਜਿਹੜਾ ਐਂਗਲ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। And we can use this formula 360 over theta minus 1 to calculate the number of images. So ਇਸ ਤੋਂ ਇਹ ਵੀ ਰਿਜ਼ਲਟ ਨਿਕਲਦਾ ਹੈ ਕਿ ਜਿੱਦਾਂ ਜਿੱਦਾਂ ਐਂਗਲ ਥੀਟਾ ਡਿਕਰੀਜ਼ ਹੁੰਦਾ ਹੈ, ਘੱਟ ਹੁੰਦਾ ਹੈ, ਨੰਬਰ ਆਫ ਇਮੇजेस ਵੱਧ ਰਹੀਆਂ ਹਨ। ਇੱਕ ਹੋਰ ਗੱਲ ਹੈ, ਜਦੋਂ ਆਪਾਂ ਦੋਨੋਂ ਮਿਰਰਸ ਨੂੰ ਇੱਕ ਦੂਜੇ ਦੇ ਪੈਰਲਲ ਰੱਖਾਂਗੇ then the number of images formed will be infinite। ਕਿਉਂ? ਅਸੰਖਿਆ ਇਮੇजेस ਬਣਨਗੀਆਂ। ਉਹਦਾ ਕਾਰਨ ਕੀ ਹੋਏਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਆਲਸੋ ਕਮੈਂਟ ਕਰਕੇ ਦੱਸੋ ਕਿ ਮਲਟੀਪਲ ਰਿਫਲੈਕਸ਼ਨ ਦੇ ਹੋਰ ਕਿਹੜੇ ਯੂਜ਼ਸ ਹੁੰਦੇ ਹਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ, ਤੁਹਾਡੇ ਵਾਸਤੇ ਜਾਣਕਾਰੀ ਭਰਪੂਰ ਹੈ। ਸੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। Thanks for watching.